ਸਤਿ ਸ਼੍ਰੀ ਅਕਾਲ, ਮੈਂ ਪ੍ਰਦੀਪ ਸਿੰਘ ਤੰਜਲ, ਤੁਹਾਡਾ ਜਾਵਾਸਕ੍ਰਿਪਟ ਇੰਸਟ੍ਰਕਟਰ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਐਰੇਜ਼ ਦੀ ਔਰ ਅਸੀਂ ਦੇਖਾਂਗੇ ਕਿ ਐਰੇਜ਼ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਜਾਵਾਸਕ੍ਰਿਪਟ ਦੇ ਅੰਦਰ। ਉਸ ਤੋਂ ਪਹਿਲਾਂ ਦੇਖਾਂਗੇ ਕਿ ਵੈਰੀਏਬਲ ਦੀ ਕੀ ਇੰਪੋਰਟੈਂਸ ਹੈ ਜਾਵਾਸਕ੍ਰਿਪਟ ਦੇ ਅੰਦਰ। ਅਸੀਂ ਵੈਰੀਏਬਲਸ ਨੂੰ ਕਿਉਂ ਯੂਜ਼ ਕਰਦੇ ਹਾਂ ਤੇ ਕਿੱਥੋਂ ਤੱਕ ਯੂਜ਼ ਕਰ ਸਕਦੇ ਅਸੀਂ, ਉਹਦੀ ਲਿਮਿਟੇਸ਼ਨਸ ਕੀ ਨੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਐਰੇ ਨੂੰ ਅਸੀਂ ਕਿਸ ਪਰਪਸ ਵਾਸਤੇ ਯੂਜ਼ ਕਰਦੇ ਹਾਂ। We have learned that variable can hold only one value. For example, where I equal to 1. We can assign only one literal value to I. We cannot assign multiple literal value to a variable I. To overcome this problem, JavaScript provides an array. So, example ਦੇ ਵਿੱਚ ਦਿੱਤਾ ਹੋਇਆ ਦੇਖੋ, ਜਿਵੇਂ ਡਿਸਕਸ ਕਰ ਲੈਨੇ ਅਸੀਂ। ਸਪੋਜ਼ i ਦੀ ਵੈਲਿਊ ਜਿਹੜੀ ਹੈ ਸਭ ਤੋਂ ਪਹਿਲਾਂ 1 ਹੈ ਔਰ ਫਿਰ i ਦੀ ਵੈਲਿਊ 20 ਹੋ ਗਈ ਔਰ i ਦੀ ਵੈਲਿਊ ਫਿਰ ਮੈਂ 30 ਪਾਸ ਕੀਤੀ। ਹੁਣ ਅਗਰ ਸਟੂਡੈਂਟ ਨੂੰ ਪੁੱਛਿਆ ਜਾਵੇ ਕਿ ਇਹ ਤਿੰਨਾਂ ਵੈਲਿਊਜ਼ ਦੇ ਵਿੱਚੋਂ ਕਿਹੜੀ ਵੈਲਿਊ ਡਿਸਪਲੇ ਹੋਏਗੀ, ਤਾਂ ਕੁਝ ਸਟੂਡੈਂਟ ਕਹਿਣਗੇ 1, ਕੁਝ ਕਹਿਣਗੇ 30 ਤੇ ਕੁਝ ਕਹਿਣਗੇ 20। ਪਰ ਕੀ ਹੋਏਗਾ ਕਿ ਜਦੋਂ ਇੰਟਰਪ੍ਰੀਟਰ ਇਸ ਲਾਈਨ ਨੂੰ ਦੇਖੇਗਾ ਤੇ ਵੈਲਿਊ ਕੀ ਅਸਾਈਨ ਹੋ ਜਾਏਗੀ, i ਨੂੰ 1। ਹੁਣ ਦੂਸਰੀ ਲਾਈਨ ਤੇ ਆਏਗਾ ਇੰਟਰਪ੍ਰੀਟਰ, ਉਹ ਕੀ ਦੇਖੇਗਾ ਕਿ ਹੁਣ i ਨੂੰ ਵੈਲਿਊ ਅਸਾਈਨ ਕੀਤੀ 20। ਹੁਣ 20 ਕੀ ਕਰੇਗਾ, i ਨੂੰ ਓਵਰਰਾਈਡ ਕਰ ਦੇਗਾ। ਤੀਸਰੀ ਲਾਈਨ ਦੇ ਵਿੱਚ ਦੇਖੇਗਾ ਕਿ i ਨੂੰ ਵੈਲਿਊ ਪਾਸ ਹੋਗੀ 30। ਜਿਹੜੀ 20 ਵੈਲਿਊ ਸਟੋਰ ਕੀਤੀ ਸੀ 30 ਕੀ ਕਰੇਗਾ, 20 ਵੈਲਿਊ ਨੂੰ ਰਿਪਲੇਸ ਕਰ ਦੇਗਾ, ਯਾਨੀ ਓਵਰਰਾਈਡ ਕਰ ਦੇਗਾ। ਸੋ ਅਲਟੀਮੇਟਲੀ ਵੈਲਿਊ ਕਿਹੜੀ ਬਚੀ ਲਾਸਟ ਵਿੱਚ, 30। ਸੋ 30 ਵੈਲਿਊ ਜਿਹੜੀ ਹੈ ਇਹ ਲਾਸਟ ਵਿੱਚ ਡਿਸਪਲੇ ਹੋ ਜਾਏਗੀ। ਯਾਨੀ ਇਹਦੀ ਲਿਮਿਟੇਸ਼ਨ ਕੀ ਹੈ ਕਿ ਜਦੋਂ ਵੀ ਤੁਸੀਂ ਵੈਰੀਏਬਲ ਡਿਕਲੇਅਰ ਕਰਨਾ ਤਾਂ ਉਹਦੇ ਵਿੱਚ ਇੱਕੋ ਸਮੇਂ ਦੇ ਅੰਦਰ ਇੱਕੋ ਵੈਲਿਊ ਹੀ ਸਟੋਰ ਕਰ ਸਕਦੇ ਹੋ। ਜੇਕਰ ਤੁਸੀਂ ਬਹੁਤ ਸਾਰੀਆਂ ਵੈਲਿਊਜ਼ ਨੂੰ, ਬਹੁਤ ਸਾਰੇ ਐਲੀਮੈਂਟਸ ਨੂੰ ਸਟੋਰ ਕਰਨਾ ਹੋਵੇ ਤਾਂ ਸਾਡੇ ਕੋਲ ਜਾਵਾਸਕ੍ਰਿਪਟ ਪ੍ਰੋਵਾਈਡ ਕਰਦੀ ਆ ਐਰੇਜ਼ ਨੂੰ। ਸੋ ਐਰੇਜ਼ ਕੀ ਹੈ? An array is a special type of variable which can store multiple values using special syntax. Every value is associated with numeric index start with 0. An array is a collection of similar or homogeneous elements. So, एक स्पेशल टाइप ਦਾ वेरिएबल है और ਉਹਦੀ ਸਪੈਸ਼ਲੀ ਦਾ ਸਿੰਟੈਕਸ ਹੈਗਾ ਇਹਨੂੰ ਡਿਫਾਈਨ ਕਰਨ ਦਾ। ਸਿੱਧਾ ਨਹੀਂ ਕਰ ਸਕਦੇ ਕਿ ਜਿਵੇਂ वेरिएबल डिफाइन करते हैं i equal to 1 ਜਾਂ where abcd xyz ਜੋ ਵੀ ਤੁਸੀਂ ਡਿਫਾਈਨ ਕਰਦੇ ਹੋ, ਇਸ ਤਰੀਕੇ ਨਾਲ ਸਿੱਧਾ ਨਹੀਂ ਕਰ ਸਕਦੇ। ਇਹਦਾ ਇੱਕ ਸਪੈਸ਼ਲ ਸਿੰਟੈਕਸ ਹੈ। ਔਰ ਦੂਜੇ ਦੀ ਖਾਸੀਅਤ ਕੀ ਹੈ ਕਿ ਇਹ ਸਿਮਿਲਰ ਡਾਟਾ ਟਾਈਪਸ ਨੂੰ ਸਟੋਰ ਕਰ ਸਕਦਾ, ਜਿੰਨੇ ਵੀ ਤੁਸੀਂ ਸਟੋਰ ਕਰਨਾ ਚਾਹੋ ਸਟੋਰ ਕਰ ਸਕਦੇ ਹੋ। ਪਰ ਸਟੋਰ ਕਿਵੇਂ ਕਰਦਾ? ਯੂਜ਼ਿੰਗ ਇੰਡੈਕਸ। ਇੰਡੈਕਸ ਸਟਾਰਟ ਫਰਮ 0 ਅਪ ਟੂ ਜਿੰਨੇ ਵੀ ਤੁਸੀਂ ਐਲੀਮੈਂਟ ਉਹਦੇ ਵਿੱਚ ਪਾਏ ਆ ਉਹ ਤੋਂ ਇੱਕ ਘੱਟ। ਜਿਵੇਂ ਸਪੋਜ਼ मैं 9 एलिमेंट स्टोर कराए, पूरी इंडेक्सिंग होगी 0 तो लैके 8 तक होगी, यानी एक कट, यानी स्टार्टिंग फ्रॉम 0 अप टू 8। अल्टीमेटली 9 एलिमेंट्स ही होंगे हैं। सो नैक्सट है साडे कोल एरे लिटरल्स। ਅਸੀਂ ਦੋ ਤਰੀਕਿਆਂ ਨਾਲ ਐਰੇਜ਼ ਨੂੰ ਡਿਫਾਈਨ ਕਰ ਸਕਦੇ ਹਾਂ, ਇਨੀਸ਼ੀਅਲਾਈਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾ ਸਾਡੇ ਕੋਲ ਮੈਥਡ ਹੈ ਐਰੇ ਲਿਟਰਲਸ। ਐਰੇ ਇਨੀਸ਼ੀਅਲਾਈਜੇਸ਼ਨ, ਐਨ ਐਰੇ ਇਨ ਜਾਵਾ can be defined and initialized in two ways. One is array literal and second one is array constructor. ਸਭ ਤੋਂ ਪਹਿਲਾਂ array literal ਬਾਰੇ ਗੱਲ ਕਰਾਂਗੇ ਅਸੀਂ, ਉਸ ਤੋਂ ਬਾਅਦ ਅਗਲੀ ਸਲਾਈਡ ਤੇ ਗੱਲ ਕਰਾਂਗੇ constructor ਬਾਰੇ। Array literal syntax is simple. It takes a list of values separated by a comma and enclosed in square brackets. ਥੱਲੇ ਸਿੰਟੈਕਸ ਹੈ ਸਾਡੇ ਕੋਲ। ਸਭ ਤੋਂ ਪਹਿਲਾਂ ਅਸੀਂ ਦੇਖਣਾ ਕਿ ਐਰੇਜ਼ ਨੂੰ ਅਸੀਂ ਡਿਫਾਈਨ ਕਿੱਦਾਂ ਕਰਨਾ, ਲਿਟਰਲ ਡਿਫਾਈਨ ਕਿੱਦਾਂ ਕਰਨਾ। ਸਪੋਜ਼ where, ਉਸ ਤੋਂ ਬਾਅਦ ਐਰੇ ਨੇਮ ਇਕੁਅਲ ਟੂ ਐਲੀਮੈਂਟ 1, comma ਐਲੀਮੈਂਟ 2, comma ਐਲੀਮੈਂਟ 3, comma ਐਲੀਮੈਂਟ n ਔਰ ਸਕੁਅਰ ਬ੍ਰੈਕਟਸ ਦੇ ਨਾਲ ਅਸੀਂ ਨੂੰ ਬੰਦ ਕੀਤਾ ਔਰ ਟਰਮੀਨੇਟ ਕੀਤਾ। ਇਸ ਤਰੀਕੇ ਨਾਲ ਤੁਸੀਂ ਵੈਲਿਊਜ਼ ਜਿਹੜੀ ਵੀ ਪਾਸ ਕਰਨੀ ਹੈ ਉਹ ਹੋਮੋਜੀਨੀਅਸ ਵੈਲਿਊ ਹੋਣੀ ਚਾਹੀਦੀ ਹੈ, ਯਾਨੀ ਸਿਮਿਲਰ ਟਾਈਪ ਦਾ ਡਾਟਾ ਹੋਣਾ ਚਾਹੀਦਾ
ਜਿਹੜਾ ਤੁਸੀਂ ਪਾਸ ਆਊਟ ਕਰਨਾ ਐਰੇ ਦੇ ਅੰਦਰ। ਸਪੋਜ਼ ਪਹਿਲੀ ਐਗਜ਼ਾਮਪਲ ਦੇਖੋ, ਇਸ ਤਰੀਕੇ ਨਾਲ ਵੀ ਕਰ ਸਕਦੇ ਹੋ, where string array 1 2 3, this is a string type। दूसरी एग्जांपल ਦੇ ਵਿੱਚ ਕੀ ਹੈ, where numeric array 1 2 3 4, number type। where decimal array, this is the decimal values 1.1 1.2 1.3, right? You can also store boolean values, where boolean array equal to square bracket start true false true bracket बंद done। where mixed array, ਮਿਕਸਡ ਐਰੇ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਮਿਕਸਡ ਵੈਲਿਊ ਵੀ ਯੂਜ਼ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਇੱਕੋ ਤਰ੍ਹਾਂ ਦਾ ਹੀ ਤੁਸੀਂ ਉਹਦੇ ਵਿੱਚ ਪਾਸ ਕਰਨੇ ਆ ਐਲੀਮੈਂਟਸ। ਸੋ ਇਹਦੇ ਵਿੱਚ ਸਾਡੇ ਕੋਲ ਮਿਕਸ ਹੈ 1 2 3 ਐਂਡ 4, ਯਾਨੀ ਦੋ ਨੰਬਰਸ ਹੈਗੇ ਆ, ਦੋ ਹੀ ਸਟ੍ਰਿੰਗ ਟਾਈਪਸ ਹੈਗੇ। ਦੂਸਰੀ ਕਿਸਮ ਦੇ ਨਾਲ ਅਸੀਂ ਐਰੇਜ਼ ਨੂੰ ਇਨੀਸ਼ੀਅਲਾਈਜ਼ ਕਰਦੇ ਆ, ਉਹ ਸਾਡੇ ਕੋਲ ਕਿਸਮ ਹੈਗੀ ਆ ਐਰੇ ਕੰਸਟਰਕਟਰ। ਐਰੇ ਕੰਸਟਰਕਟਰ, you can initialize array with array constructor syntax using new keyword। ਅਸੀਂ ਜਦੋਂ ਵੀ ਕੰਸਟਰਕਟਰ ਐਰੇ ਯੂਜ਼ ਕਰਨੇ ਆ ਤਾਂ ਸਾਨੂੰ ਇੱਕ ਨਿਊ ਕੀਵਰਡਸ ਦੇ ਨਾਲ ਸਾਨੂੰ ਐਰੇ ਨੂੰ ਡਿਫਾਈਨ ਕਰਨਾ ਪਏਗਾ। ਜਿਵੇਂ ਤੁਸੀਂ ਦੇਖ ਰਹੇ ਹੋ, where array name equal to new array, ਇਸ ਤਰੀਕੇ ਨਾਲ ਵੀ ਤੁਸੀਂ ਡਿਕਲੇਅਰ ਕਰ ਸਕਦੇ ਹੋ ਕਿ ਜਿੰਨੀਆਂ ਵੈਲਿਊ ਤੁਸੀਂ ਪਾਉਣੀਆਂ ਤੁਸੀਂ ਪਾ ਸਕਦੇ ਹੋ, ਕੋਈ ਬੰਦਸ਼ ਨਹੀਂ ਹੈ। where array name equal to new array bracket start number of length, ਇੱਥੇ ਨੰਬਰ ਤੁਸੀਂ ਲੈਂਥ ਦੇ ਸਕਦੇ ਹੋ ਕਿ ਕਿੰਨੇ ਐਰੇ ਦੇ ਵਿੱਚ ਕਿੰਨੇ ਐਲੀਮੈਂਟਸ ਤੁਸੀਂ ਸਟੋਰ ਕਰਵਾਉਣੇ ਆ। ਸਾਡੀ ਲਿਮਿਟੇਸ਼ਨ ਹੋ ਜਾਏਗੀ ਕਿ ਅਸੀਂ ਜਿੰਨਾ ਨੰਬਰ ਦਿੱਤਾ ਉਨੇ ਹੀ ਅਸੀਂ ਐਰੇ ਦੇ ਵਿੱਚ ਐਲੀਮੈਂਟ ਨੂੰ ਸਟੋਰ ਕਰਵਾ ਸਕਦੇ ਹਾਂ। ਸੋ ਤੀਸਰਾ ਤਰੀਕਾ, where array name equal to new array ब्रैकेट शुरू एलिमेंट 1 एलिमेंट 2 एलिमेंट 3 एंड नंबर ऑफ एलिमेंट्स ब्रैकेट बंद क्लोज। ਇਹ ਵੀ ਤਰੀਕਾ ਹੈ ਦੂਸਰਾ। ਤੀਸਰਾ ਕਿ ਇਸ ਤਰੀਕੇ ਨਾਲ ਤੁਸੀਂ ਐਲੀਮੈਂਟਸ ਨੂੰ ਸਿੱਧੇ ਪਾਸ ਕਰ ਸਕਦੇ ਹੋ। ਸੋ ਅਗਰ ਅਸੀਂ ਐਗਜ਼ਾਮਪਲ ਲਈਏ ਤਾਂ ਸਾਡੇ ਕੋਲ ਐਗਜ਼ਾਮਪਲ ਹੈ ਸਾਡੇ ਕੋਲ ਕੰਸਟਰਕਟਰ ਐਰੇ ਦੀ। ਤਾਂ ਸਭ ਤੋਂ ਪਹਿਲਾਂ ਅਸੀਂ where string array new array ਪਾਸ ਕੀਤਾ, ਜਿਹਦੇ ਵਿੱਚ ਅਸੀਂ ਕੋਈ ਨੰਬਰ ਆਫ ਲੈਂਥ ਨਹੀਂ ਪਾਸ ਕੀਤੀ, ਖਾਲੀ ਹੈ। ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਐਲੀਮੈਂਟ ਸਟੋਰ ਕਰਵਾ ਸਕਦੇ ਹੋ। ਸਟੋਰ ਕਰਨ ਦਾ ਤਰੀਕਾ ਇਹ ਹੀ ਹੈ, ਲਿਟਰਲ ਦੇ ਵਿੱਚ ਅਸੀਂ ਡਾਇਰੈਕਟ ਐਲੀਮੈਂਟ ਸੈਂਡ ਕਰਦੇ ਸੀ, ਪਾਸ ਕਰਦੇ ਸੀਗੇ। ਇਹਦੇ ਵਿੱਚ ਅਸੀਂ ਐਰੇ ਨੇਮ ਨੂੰ ਯੂਜ਼ ਕਰਾਂਗੇ। ਐਰੇ ਨੇਮ ਐਰੇ ਇੰਡੈਕਸ 0 ਤੇ 1 ਸਟੋਰ ਕਰਵਾਤਾ, ਐਰੇ ਇੰਡੈਕਸ 1 ਤੇ 2, ਐਰੇ ਇੰਡੈਕਸ 2 ਤੇ 3, ਐਰੇ ਇੰਡੈਕਸ 3 ਤੇ 4 ਸਟੋਰ ਕਰਵਾਤਾ। ਜਿਵੇਂ ਇਹਦੇ ਐਲੀਮੈਂਟਸ ਕਿਹੜੇ ਕਿਹੜੇ ਹੋਣਗੇ, ਸਪੋਜ਼ ਆ ਐਲੀਮੈਂਟ 1 और ਇਹਦਾ इंडेक्स ਕਿਹੜਾ ਹੈ 0, यानी 0 इंडेक्स से की स्टोर होया 1, 1 इंडेक्स से की स्टोर होया 2, 2 ਤੇ 3 एंड 3 ਤੇ 4 इंडेक्स ਨੂੰ ਅਸੀਂ स्टोर करवा लिया। सो दूजा मेथड ਕੀ ਹੈ, where numeric array equal to new array ब्रैकेट शुरू 3, ਇਹਦੇ ਵਿੱਚ ਅਸੀਂ ਲੈਂਥ ਪਾਸ ਕੀਤੀ ਹੈ। this is the length of an array। ਜਦੋਂ ਵੀ ਇੰਡੈਕਸਿੰਗ ਸਟਾਰਟ ਹੋਏਗੀ ਲੈਂਥ ਤੋਂ ਇੱਕ ਘੱਟ ਇੰਡੈਕਸਿੰਗ ਹੋਏਗੀ, ਯਾਨੀ ਜੇ 3 ਹੈ ਤਾਂ 0 ਤੋਂ ਲੈ ਕੇ 2 ਤੱਕ ਹੋਏਗੀ। ਯਾਨੀ ਅਸੀਂ ਵੈਲਿਊ ਪਾਸ ਕਰਨ ਦਾ ਤਰੀਕਾ ਉਹੀ ਹੈ ਜੋ ਸਟ੍ਰਿੰਗ ਦਾ ਸੀਗਾ, ਪਰ ਇੱਥੇ ਕੀ ਹੈ ਸਾਡੇ ਕੋਲ ਇੱਕ ਲਿਮਿਟੇਸ਼ਨ ਹੈ ਕਿ ਅਸੀਂ 3 ਐਰੇ ਡਿਫਾਈਨ ਕਰ ਸਕਦੇ, 3 ਐਰੇ ਦੇ ਸਕਦੇ। ਜੇ ਅਸੀਂ ਲਿਖਾਂਗੇ ਕਿ numeric array 3 equal to 4 ਤਾਂ ਐਰਰ ਆ ਜਾਏਗੀ ਐਰੇ ਇੰਡੈਕਸ ਆਊਟ ਆਫ ਬਾਉਂਡ, ਕਿਉਂਕਿ ਉਹਦੀ ਬਾਉਂਡਰੀ ਖਤਮ ਹੋ ਗਈ 3 ਤੇ, ਰਾਈਟ। ਉਹਦੇ ਵਿੱਚ ਕੀ ਕਰਦੇ ਆ, ਐਲੀਮੈਂਟ ਸਾਡੇ ਕੋਲ ਹੈ ਔਰ ਐਲੀਮੈਂਟ ਕਿਹੜੇ ਆ 1 2 ਐਂਡ 3, ਜਿਸ ਤਰ੍ਹਾਂ ਅਸੀਂ ਪਾਸ ਕੀਤੇ ਹੋਏ ਇੱਥੇ। ਉਹਦੀ ਇੰਡੈਕਸਿੰਗ ਕੀ ਹੈ 0 1 ਐਂਡ 2। ਤੀਸਰਾ ਤਰੀਕਾ ਕੀ ਹੈ ਕਿ ਅਸੀਂ ਐਰੇਜ਼ ਨੂੰ ਡਿਕਲੇਅਰ ਕਰਨ ਤੋਂ ਬਾਅਦ ਸਿੱਧਾ ਹੀ ਅਸੀਂ ਵੈਲਿਊਜ਼ ਨੂੰ ਪਾਸ ਕਰ ਦਾਂਗੇ ਉਹਦੇ ਵਿੱਚ, ਜਿਸ ਤਰ੍ਹਾਂ ਆਪਾਂ ਕੀਤੀ ਪਾਸ। ਔਰ ਇੰਡੈਕਸਿੰਗ ਫਿਰ ਵੀ ਉਹਦੀ ਉਦਾਂ ਹੀ ਬਣਨੀ ਹੈ, यानी 1 0 इंडेक्सिंग ਤੇ ਹੈ, 2 ਜਿਹੜਾ ਹੈ 1 इंडेक्सिंग ਤੇ ਹੈ, 3 ਜਿਹੜਾ ਹੈਗਾ ਉਹ 2 इंडेक्सिंग ਤੇ ਹੈ ਤੇ 4 ਜਿਹੜਾ ਹੈਗਾ ਵਾ ਉਹ 3 इंडेक्सिंग ਤੇ ਹੈ। ਅਲਟੀਮੇਟਲੀ ਇਹਦੀ ਇੰਡੈਕਸਿੰਗ ਕੀ ਬਣੀ 0 ਤੋਂ ਲੈ ਕੇ 3 ਤੱਕ। ਸੋ ਇਸ ਤਰੀਕੇ ਨਾਲ ਅਸੀਂ ਯੂਜ਼ ਕਰ ਸਕਦੇ ਹਾਂ ਐਰੇਸ ਨੂੰ। ਐਰੇ ਲਿਟਰਲ ਐਰੇ ਕੰਸਟਰਕਟਰ ਦੋਵਾਂ ਦੇ ਵਿੱਚੋਂ ਕੋਈ ਮੈਥਡ ਤੁਸੀਂ ਯੂਜ਼ ਕਰ ਲਓ,
ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਮੈਥਡ ਯੂਜ਼ ਕਰਨਾ, ਕਿਹੜਾ ਲਾਈਕ ਕਰਦੇ ਮੈਥਡ ਤੁਸੀਂ। ਐਕਸੈਸਿੰਗ ਐਰੇ ਐਲੀਮੈਂਟਸ। ਹੁਣ ਐਰੇ ਐਲੀਮੈਂਟਸ ਨੂੰ ਕਿੱਦਾਂ ਐਕਸੈਸ ਕਰਨਾ, ਇਸੇ ਤਰੀਕੇ ਨਾਲ ਐਕਸੈਸ ਕਰਨਾ ਜਿਵੇਂ ਤੁਸੀਂ ਪਾਸ ਕੀਤਾ ਹੋਇਆ। ਠੀਕ ਹੈ, ਜਿਵੇਂ ਇੱਥੇ ਐਰੇ ਡਿਕਲੇਅਰ ਕੀਤਾ, ਡਿਕਲੇਅਰ ਕਰਨ ਤੋਂ ਬਾਅਦ ਚੋਂ ਵੈਲਿਊਜ਼ ਪਾਸ ਕੀਤੀਆਂ, ਤਾਂ ਔਰ ਇਸੇ ਤਰੀਕੇ ਦੇ ਨਾਲ ਹੀ ਜਿੱਦਾਂ ਵੈਲਿਊ ਪਾਸ ਕੀਤੀਆਂ ਉਹਦੇ ਵੈਲਿਊਜ਼ ਨੂੰ ਅਸੀਂ ਸ਼ੋ ਕਰਨਾ, ਐ ਸ਼ੋ ਕਰਨਾ, ਐ ਸ਼ੋ ਕਰਨਾ ਹੈ। ਰਿਟਰਨ 1, ਰਿਟਰਨ 2, ਰਿਟਰਨ 3, ਰਿਟਰਨ 4। ਜ਼ੀਰੋ ਇੰਡੈਕਸਿੰਗ ਤੇ 1 ਪਿਆ, 2, 3, 4, ਇਸੇ ਤਰ੍ਹਾਂ ਹੀ 1, 2, 3, 4 ਤੇ ਇਹ ਇੰਡੈਕਸਿੰਗ ਦੇ ਉੱਤੇ ਜਿਹੜਾ ਐਲੀਮੈਂਟਸ ਪਏਗਾ। ਇਸੇ ਤਰੀਕੇ ਨਾਲ ਉਹਦੇ ਐਲੀਮੈਂਟਸ ਨੂੰ ਵੀ ਅਸੀਂ ਐਕਸੈਸ ਕਰਨਾ। ਇੱਥੇ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ। ਸਾਡੇ ਕੋਲ ਐਗਜ਼ਾਮਪਲ ਹੈ ਇੱਥੇ 1, 2, 3 ਐਂਡ 4। ਰਾਈਟ ਕਲਿੱਕ ਕਰਕੇ ਮੈਂ ਦੇਖਦਾ ਇਹਦੇ ਵਿੱਚ ਕੀ ਹੈ। ਵਿਊ ਸੋਰਸ, ਵਿਊ ਸੋਰਸ ਦੇ ਅੰਦਰ ਸਾਡੇ ਕੋਲ ਇੱਥੇ ਮੈਂ ਸਕ੍ਰਿਪਟ ਲਿਖ ਕੇ ਐਰੇ ਡਿਫਾਈਨ ਕੀਤਾ, where string array new array। ਜਦੋਂ ਤੁਸੀਂ ਕੰਸਟਰਕਟਰ ਐਰੇ ਡਿਫਾਈਨ ਕਰਨਾ ਤਾਂ ਐਰੇ ਦਾ A ਕੈਪੀਟਲ ਹੋਵੇਗਾ, ਕਿਉਂਕਿ ਇਹ ਕੀ ਹੈ, ਇੱਕ ਆਬਜੈਕਟ ਹੈ। ਐਰੇ ਕੀ ਹੈ, ਆਬਜੈਕਟ ਹੈ। 1, 2, 3, 4 ਅਸੀਂ ਡਾਕੂਮੈਂਟ ਡਾਟ ਰਾਈਟ ਕਰਕੇ ਪਾਸ ਕਰ ਸਕਦੇ ਹਾਂ, ਡਿਸਪਲੇ ਕਰਵਾ ਸਕਦੇ ਹਾਂ string array 1, string array 2 ਐਂਡ string array 3। ਦੂਸਰੀ ਕਿਸਮ ਨਾਲ ਅਸੀਂ ਪਾਸ ਕੀਤਾ ਸੀਗਾ, ਬਣਾਇਆ ਸੀਗਾ ਐਰੇ, ਤਾਂ ਉਹਨੂੰ ਵੀ ਅਸੀਂ ਇਦਾਂ ਹੀ ਡਿਸਪਲੇ ਕਰਵਾ ਸਕਦੇ ਐਜ਼ ਇਟ ਇਜ਼, ਜਿਵੇਂ ਪਹਿਲੇ ਮੈਥਡ ਨਾਲ ਅਸੀਂ ਡਿਸਪਲੇ ਕਰਵਾਇਆ ਐਰੇ ਦੇ ਇੰਡੈਕਸ ਦੇ ਥਰੂ, ਉਸੇ ਤਰੀਕੇ ਨਾਲ ਹੀ ਐਰੇ ਇੰਡੈਕਸਿੰਗ ਯੂਜ਼ ਕਰਕੇ ਅਸੀਂ ਐਰੇਜ਼ ਦੀ ਐਲੀਮੈਂਟਸ ਨੂੰ ਡਿਸਪਲੇ ਕਰਵਾ ਸਕਦੇ। ਸੋ ਦੂਸਰੀ ਐਗਜ਼ਾਮਪਲ ਮੇਰੇ ਕੋਲ ਹੈ ਐਰੇਜ਼ ਵਿਦ ਲੂਪ। ਅਸੀਂ ਐਰੇਜ਼ ਨੂੰ ਲੂਪ ਦੇ ਨਾਲ ਵੀ ਅਸੀਂ ਐਕਸੈਸ ਕਰ ਸਕਦੇ ਹਾਂ। ਸੋ ਰਾਈਟ ਕਲਿੱਕ ਕਰਕੇ ਸੋਰਸ ਦੇਖਦੇ ਸੀ। ਠੀਕ ਹੈ, ਐਰੇਜ਼ ਦੇ ਨਾਲ ਅਸੀਂ ਫॉर ਲੂਪ ਨੂੰ ਕਿਸ ਤਰ੍ਹਾਂ ਯੂਜ਼ ਕਰਨਾ। ਸੋ ਸਭ ਤੋਂ ਪਹਿਲਾਂ ਮੇਰੇ ਕੋਲ ਆਈਡੀ, ਪੈਰਾਗ੍ਰਾਫ ਆਈਡੀ ਦਿੱਤੀ ਹੈ P0, P2, P1, P2, P3। ਇਹ ਆਈਡੀ ਮੈਂ ਲਿਖੀਆਂ ਹੋਈਆਂ। ਮੈਂ ਸਕ੍ਰਿਪਟ ਸ਼ੁਰੂ ਕੀਤੀ ਇੱਥੇ, ਉਸ ਤੋਂ ਬਾਅਦ ਸਟ੍ਰਿੰਗ ਐਰੇ ਡਿਫਾਈਨ ਕੀਤਾ, ਨਿਊ ਐਰੇ 1, 2, 3, 4 ਪਾਸ ਕੀਤੇ। ਫॉर where equal to, where I equal to 0, I is less than string array length। ਇਸ ਐਰੇ ਦੀ ਲੈਂਥ, ਜਿੰਨਾ ਚਿਕਰ I ਦੀ ਵੈਲਿਊ ਇਸ ਐਰੇ ਦੀ ਲੈਂਥ ਨਾਲ ਛੋਟੀ ਹੈ ਤਦ ਤੱਕ ਇਹ ਚੱਲਦਾ ਰਹੇਗਾ। I ਦੀ ਵੈਲਿਊ ਪਲੱਸ ਪਲੱਸ ਹੋਈ, ਡਾਕੂਮੈਂਟ ਡਾਟ ਗੈਟ ਐਲੀਮੈਂਟ ID ਬਾਈ ID ਇਹਨੂੰ ਐਕਸੈਸ ਕੀਤਾ ਹੋਇਆ ਸੀ, P plus I dot inner HTML is equal to string array ਹੁਣ ਪਾਸ ਕੀਤਾ ਹੋਇਆ ਆਹੀ ਸੀ। ਜਿੰਨੀ ਵੀ I ਦੀ ਵੈਲਿਊ ਆਏਗੀ, I ਦੀ ਵੈਲਿਊ 0 ਹੋਏਗੀ ਤਾਂ 0 ਇੰਡੈਕਸ, 1 ਹੋਏਗੀ ਤਾਂ 1 ਇੰਡੈਕਸ, 2 ਹੋਏਗੀ 2, 3 ਹੋਏਗੀ ਤਾਂ 3 ਇੰਡੈਕਸ ਹੋਏਗੀ। ਔਰ ਅਸੀਂ ਪੈਰਾਗ੍ਰਾਫ ਦੇ ਅੰਦਰ ਅਸੀਂ ਯੂਜ਼ ਕੀਤਾ ਹੋਇਆ ਆਈਡੀ, ਇਸ ਆਈਡੀ ਨੂੰ ਯੂਜ਼ ਕਰਕੇ ਅਸੀਂ ਇਸੇ ਤਰੀਕੇ ਨਾਲ ਹੀ ਡਿਸਪਲੇ ਕਰਵਾ ਲਾਂਗੇ। ਸੋ ਇਹਦਾ ਆਨਸਰ ਆਏਗਾ 1, 2, 3, 4। ਸਾਨੂੰ ਕੱਲੇ ਕੱਲੇ ਨੂੰ ਡਿਸਪਲੇ ਕਰਾਉਣ ਦੀ ਲੋੜ ਨਹੀਂ ਹੈ, ਸਾਨੂੰ ਇੱਕੋ ਵਾਰੀ ਅਸੀਂ ਐਰੇ ਪਾਸ ਕੀਤਾ ਔਰ ਐਰੇ ਨੂੰ ਯੂਜ਼ ਕਰਕੇ ਅਸੀਂ ਸਾਰੇ ਦੇ ਸਾਰੇ ਇੱਕੋ ਵਾਰੀ ਹੀ ਐਲੀਮੈਂਟਸ ਨੂੰ ਡਿਸਪਲੇ ਕਰਵਾ ਲਿਆ। ਸੋ ਇਸ ਤਰੀਕੇ ਨਾਲ ਅਸੀਂ ਐਰੇਜ਼ ਨੂੰ ਇਨੀਸ਼ੀਅਲਾਈਜ਼ ਕਰ ਸਕਦੇ ਹਾਂ, ਐਰੇਜ਼ ਨੂੰ ਵੈਲਿਊਜ਼ ਪਾਸ ਕਰ ਸਕਦੇ ਹਾਂ, ਫਿਰ ਐਰੇਜ਼ ਨੂੰ ਅਸੀਂ ਲੈਂਥ ਫਾਈਂਡ ਕਰਕੇ ਉਹਦੇ ਨਾਲ ਅਸੀਂ ਫॉर ਲੂਪ ਨੂੰ ਯੂਜ਼ ਕਰਕੇ ਐਲੀਮੈਂਟਸ ਨੂੰ ਡਿਸਪਲੇ ਕਰਵਾ ਸਕਦੇ ਹਾਂ। ਬਹੁਤ ਸਾਰੇ ਹੋਰ ਵੀ ਤਰੀਕੇ ਹੈ, ਐਰੇ ਸੌਰਟਿੰਗ ਦੇ ਤਰੀਕੇ ਹੈ, ਐਰੇ ਨੂੰ ਅਸੀਂ ਅਰੇਂਜ ਕਰਨਾ, ਐਰੇ ਦੀ ਵੈਲਿਊਜ਼ ਨੂੰ ਰਿਮੂਵ ਕਰਨਾ, ਉਹਦੀ ਜਗ੍ਹਾ ਰਿਪਲੇਸ ਕਰਨਾ, ਬਹੁਤ ਸਾਰੇ ਹੋਰ ਵੀ ਅਸੀਂ ਫੰਕਸ਼ਨੈਲਿਟੀ ਇਹਦੇ ਉੱਤੇ ਕਰ ਸਕਦੇ ਹਾਂ। ਇੱਥੇ ਹੋਰ ਵੀ ਟਾਸਕ ਪਰਫਾਰਮ ਕਰ ਸਕਦੇ ਹਾਂ ਅਸੀਂ। ਸੋ ਜਿਵੇਂ ਜਿਵੇਂ ਪ੍ਰੋਗਰਾਮਿੰਗ ਵੱਧਦੀ ਜਾਏਗੀ ਉੱਦਾਂ ਉੱਦਾਂ ਸਾਰੀਆਂ ਗੱਲਾਂ ਕਲੀਅਰ ਹੁੰਦੀ ਜਾਣਗੀਆਂ ਕਿ ਇਹ ਚੀਜ਼ਾਂ ਵੀ ਕਿੱਦਾਂ ਕਰਨੀਆਂ ਨੇ। ਸੋ ਪੁਆਇੰਟ ਜਿਹੜੇ ਹੈਗੇ ਆ ਯਾਦ ਰੱਖਣ ਵਾਲੇ ਕਿਹੜੇ ਕਰਦੇ ਨੇ, ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਯਾਦ ਰੱਖਣ ਵਾਲਾ, an array is a special type of variable that store multiple values using a special syntax। ਇੱਕ ਸਪੈਸ਼ਲ ਵੈਰੀਏਬਲ ਹੈ, ਰਾਈਟ, ਇੱਕ ਨਾਰਮਲ ਵੈਰੀਏਬਲ ਦੀ ਤਰ੍ਹਾਂ ਵੈਰੀਏਬਲ ਨਹੀਂ ਹੈ ਕਿ ਜਿਹੜਾ ਇੱਕ ਸਿੰਗਲ ਵੈਲਿਊ ਸਟੋਰ ਕਰੇਗਾ, ਇਹ ਮਲਟੀਪਲ ਵੈਲਿਊਜ਼ ਨੂੰ ਸਟੋਰ ਕਰ ਸਕਦਾ। ਦੂਸਰਾ ਪੁਆਇੰਟ, an array can be created using array literal or array constructor syntax। ਦੋ ਤਰੀਕੇ ਨਾਲ ਤੁਸੀਂ
ਐਰੇਜ਼ ਨੂੰ ਡਿਕਲੇਅਰ ਕਰ ਸਕਦੇ ਹੋ। ਵਨ ਇਜ਼ ਐਰੇ ਲਿਟਰਲ ਐਂਡ ਸੈਕੰਡ ਵਨ ਇਜ਼ ਐਰੇ ਕੰਸਟਰਕਟਰ। ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਤਰੀਕੇ ਨਾਲ ਐਰੇਜ਼ ਨੂੰ ਆਪਣੇ ਪ੍ਰੋਗਰਾਮ ਅੰਦਰ ਯੂਜ਼ ਕਰਨਾ। ਥਰਡ ਪੁਆਇੰਟ ਹੈ ਐਰੇ a single array can store value of different data types। ਇੱਕ ਸਿੰਗਲ ਐਰੇ ਜਿਹੜਾ ਹੈਗਾ ਉਹ ਡਿਫਰੈਂਟ ਤਰ੍ਹਾਂ ਦੀਆਂ ਮਿਕਸਡ ਵੈਲਿਊਜ਼ ਵੀ ਸਟੋਰ ਕਰ ਸਕਦਾ। ਨੰਬਰ 4, an array element can be accessed using zero base index either array 0। ਜਿੰਨੀਆਂ ਵੀ ਅਸੀਂ ਐਰੇ ਦੇ ਐਲੀਮੈਂਟਸ ਨੂੰ ਐਕਸੈਸ ਕਰਨਾ ਉਹ ਇੰਡੈਕਸ ਦੇ ਥਰੂ ਐਕਸੈਸ ਕਰਨਾ, ਇੰਡੈਕਸਿੰਗ ਸਟਾਰਟਿੰਗ ਫਰਮ 0 ਅਪ ਟੂ ਲਿਮਿਟ ਆਫ ਐਨ ਐਰੇ। ਜਦੋਂ ਵੀ ਤੁਸੀਂ ਐਰੇਜ਼ ਨੂੰ ਐਕਸੈਸ ਕਰਨਾ ਤਾਂ ਉਹਨੂੰ ਅਸੀਂ ਜ਼ੀਰੋ ਇੰਡੈਕਸਿੰਗ ਸਟਾਰਟ ਕਰਕੇ ਜਿੰਨੀ ਵੀ ਐਰੇ ਦੀ ਲੈਂਥ ਹੈ ਉਹ ਤੋਂ ਇੱਕ ਘੱਟ ਅਸੀਂ ਐਕਸੈਸ ਕਰਨਾ। ਜਿਵੇਂ ਐਰੇ ਦੀ ਲੈਂਥ ਇੱਥੇ 3 ਹੈ ਤਾਂ 0 ਤੋਂ ਲੈ ਕੇ 2 ਤੱਕ ਅਸੀਂ ਇੰਡੈਕਸਿੰਗ ਨੂੰ ਯੂਜ਼ ਕਰਨਾ। ਨੰਬਰ 5, an array index must be numeric। ਐਰੇ ਇੰਡੈਕਸ ਜ਼ਰੂਰੀ ਹੈ ਕਿ ਉਹ ਨੰਬਰ ਹੀ ਹੋਵੇ। ਐਰੇ ਇੰਡੈਕਸਿੰਗ ABCD ਨਹੀਂ ਹੋ ਸਕਦਾ, ਉਹ ਨੰਬਰ ਹੀ ਹੋਏਗਾ ਜਿਹੜਾ ਸਟਾਰਟ ਹੋਏਗਾ 0 ਤੋਂ। ਨੰਬਰ 6, array include length property and various method to operate an array object। ਐਰੇ ਆਬਜੈਕਟ ਨੂੰ ਆਪਰੇਟ ਕਰਨ ਵਾਸਤੇ ਬਹੁਤ ਸਾਰੇ ਸਾਡੇ ਕੋਲ ਮੈਥਡਸ ਨੇ, ਉਹ ਵੀ ਕਿਸੇ ਦਿਨ ਲੈਕਚਰ ਅਸੀਂ ਬਣਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਐਰੇ ਦੇ ਨਾਲ ਤੁਸੀਂ ਉਹਦੇ ਮੈਥਡਸ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ। ਸੋ ਇਸ ਵਿੱਚ ਅਸੀਂ ਸਿਰਫ ਇੰਨਾ ਹੀ ਕਰਾਂਗੇ ਕਿ ਹਾਊ ਟੂ use an array in your program with different types। number 1 array literal or array constructor, ਦੋ ਤਰੀਕੇ ਸਾਡੇ ਕੋਲ, ਤੁਸੀਂ ਜਿਹੜਾ ਮਰਜ਼ੀ ਅਡਾਪਟ ਕਰ ਸਕਦੇ ਹੋ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਇੰਨਾ ਹੀ। ਮੈਂ ਉਮੀਦ ਕਰਦਾ ਕਿ ਜੋ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦੱਸਣ ਦੀ ਤੁਹਾਨੂੰ ਸਮਝ ਲੱਗ ਰਿਹਾ ਹੋਵੇਗਾ ਔਰ ਅੱਛੇ ਤਰੀਕੇ ਨਾਲ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਲਾਹਾ ਪ੍ਰਾਪਤ ਕਰ ਰਹੇ ਹੋਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਲਾਈਕ ਕਰਿਆ ਕਰੋ ਔਰ ਕਮੈਂਟਸ ਵੀ ਕਰਿਆ ਕਰੋ ਤਾਂ ਕਿ ਮੈਨੂੰ ਮੇਰੀਆਂ ਗਲਤੀਆਂ ਦਾ ਪਤਾ ਲੱਗਦਾ ਰਹੇ, ਮੈਂ ਆਪਣੇ ਆਪ ਨੂੰ ਇੰਪਰੂਵ ਕਰਾਂ, ਹੋਰ ਚੰਗੇ ਤਰੀਕੇ ਦੇ ਨਾਲ ਮੈਂ ਲੈਕਚਰਸ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਵਾਂ। ਸੋ ਆਸ ਕਰਦਾ ਕਿ ਇਸ ਲੈਕਚਰ ਵਿੱਚ ਵੀ ਬਹੁਤ ਕੁਝ ਸਿੱਖਿਆ ਹੋਵੇਗਾ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਬਹੁਤ ਬਹੁਤ ਧੰਨਵਾਦ।